ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ, ਚਿੰਤਾ ਤਿਸ ਹੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ, ਤਿਨਾ ਬੀਰੋ ਜੀ ਦੇ। ਉਥੈ ਹਟ ਨਾ ਚੱਲਈ, ਨਾ ਕੋ ਕਿਰਸ ਕਰੇ। ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ, ਖਾਣਾ ਏ ਕਰੇ। ਵਿੱਚ ਉਪਾਏ ਸਾਇਰਾ, ਤਿਨਾ ਵਿਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਵਾਹਿਗੁਰੂ ਸੋ ਟਿਕਾ ਸੋ ਬਹਿਣਾ, ਸੋਈ ਦੀਵਾਨ। ਪਿਓ ਦਾਦੇ ਜੀਵਿਆ, ਪੋਤਾ ਪਰਵਾਨ। ਇਹ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹਨਾਂ ਦੀ ਉਚਾਰੀ ਹੋਈ ਰਾਏ ਬਲਵੰਡ ਜੀ ਅਤੇ ਭਾਈ ਸੱਤਾ ਜੀ ਦੀ। ਆਓ ਅੱਜ ਇਸ ਦੀ 6ਵੀਂ ਪੌੜੀ ਦੀ ਵਿਚਾਰ ਕਰੀਏ। ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ। ਭਾਈ ਸੱਤਾ ਜੀ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ, ਫਿਰ ਗੁਰੂ ਅੰਗਦ ਦੇਵ ਜੀ ਦੀ। ਹੁਣ ਇਸ ਪੌੜੀ ਦੇ ਵਿੱਚ ਗੁਰੂ ਅਮਰਦਾਸ ਜੀ ਦੀਆਂ ਸਿਫਤ ਸਲਾਹਾਂ ਕਰ ਰਹੇ ਹਨ ਕਿ ਗੁਰੂ ਅਮਰਦਾਸ ਜੀ ਦੇ ਉੱਤੇ ਸੋ ਟਿੱਕਾ, ਉਹੀ ਮੱਥੇ ਤੇ ਨੂਰ ਸੀ। ਸੋ ਬਹਿਣਾ, ਉਹੀ ਉਹਨਾਂ ਦਾ ਤਖਤ ਹੈ। ਸੋਈ ਦੀਵਾਨ, ਅਤੇ ਉਹੀ ਉਹਨਾਂ ਦਾ ਦਰਬਾਰ ਹੈ। ਗੁਰੂ ਅਮਰਦਾਸ ਜੀ ਦਾ ਦੇ ਮੱਥੇ ਉੱਤੇ ਉਹੀ ਨੂਰ ਹੈ, ਉਹੀ ਉਹਨਾਂ ਦਾ ਤਖਤ ਹੈ, ਉਹੀ ਉਹਨਾਂ ਦਾ ਦਰਬਾਰ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਸੀ। ਉਹਨਾਂ ਦੇ ਮੱਥੇ ਤੇ ਨੂਰ, ਉਹੀ ਮੱਥੇ ਤੇ ਉਹ ਕੁਦਰਤੀ ਨੂਰ ਡਲਕਾ ਮਾਰ ਰਿਹਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਸੀ, ਗੁਰੂ ਅੰਗਦ ਸਾਹਿਬ ਜੀ ਦੇ ਸੀ।
ਉਹੀ ਉਹਨਾਂ ਦਾ ਤਖਤ ਹੈ, ਉਹਨਾਂ ਵਰਗਾ ਹੀ ਉਹਨਾਂ ਦਾ ਦਰਬਾਰ ਹੈ। ਪਿਓ ਦਾਦੇ ਜੇ ਵੇਹਿਆ, ਪੋਤਾ ਪਰਵਾਨ। ਪੋਤਾ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਵੀ ਉਸ ਤਰ੍ਹਾਂ ਹੀ ਮੰਨਣਯੋਗ ਹਨ। ਉਹਨਾਂ ਦੀ ਵੀ ਦੋਹੀ ਉਸੇ ਤਰ੍ਹਾਂ ਸਾਰੇ ਪਾਸੇ ਫੈਲੀ ਹੋਈ ਹੈ। ਉਹਨਾਂ ਦੀ ਵੀ ਵਡਿਆਈ ਦੀ ਧੂਮ ਸਾਰੇ ਪਾਸੇ ਫੈਲੀ ਹੋਈ ਹੈ। ਜਿਸ ਤਰ੍ਹਾਂ ਕਿ ਪਿਓ ਅਰਥਾਤ ਗੁਰੂ ਅੰਗਦ ਦੇਵ ਜੀ, ਦਾਦੇ ਅਰਥਾਤ ਗੁਰੂ ਨਾਨਕ ਦੇਵ ਜੀ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਅਤੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਦੀ ਧੂਮ ਸਾਰੇ ਪਾਸੇ ਪਈ ਹੋਈ ਸੀ, ਜਿਸ ਤਰ੍ਹਾਂ ਉਹ ਮੰਨਣਯੋਗ ਹੋਏ ਸਨ, ਪ੍ਰਵਾਨ, ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਉਹ ਸਾਰੇ ਪਾਸੇ ਹੀ ਮੰਨਣਯੋਗ ਹਨ। ਕਿਉਂਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹੀ ਜੋਤ ਹੈ, ਉਹੀ ਜੀਵਨ ਜੁਗਤੀ ਹੈ। ਸਿਰਫ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਕਾਇਆ ਪਲਟ ਕੇ ਹੁਣ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬੈਠੇ ਹਨ। ਕਿਉਂਕਿ ਇਸੇ ਵਾਰ ਦੇ ਵਿੱਚ ਭਾਈ ਬਲਵੰਡ ਜੀ ਫਰਮਾਉਂਦੇ ਹਨ, ਜੋਤ ਓਹਾ ਜੁਗਤ ਸਾਏ, ਜੋਤ ਓਹਾ ਉਹੀ ਜੋਤ ਹੈ, ਜੁਗਤ ਸਾਏ ਉਹੀ ਗੁਰੂ ਨਾਨਕ ਸਾਹਿਬ ਵਾਲੀ ਜੁਗਤੀ ਹੈ। ਜੀਵਨ ਜੁਗਤੀ ਉਹੀ ਗੁਰੂ ਨਾਨਕ ਸਾਹਿਬ ਵਾਲੀ, ਗੁਰੂ ਅੰਗਦ ਸਾਹਿਬ ਜੀ ਵਾਲੀ ਹੈ। ਸ਼ਹਿ ਕਾਇਆ ਫੇਰ ਪਲਟੀ ਹੈ, ਸਿਰਫ ਸ਼ਹਿ ਮਾਲਿਕ ਨੇ, ਖਸਮ ਨੇ, ਗੁਰੂ ਨਾਨਕ ਸਾਹਿਬ ਨੇ ਸਿਰਫ ਆਪਣੀ ਕਾਇਆ ਹੀ ਪਲਟੀ ਹੈ। ਗੁਰੂ ਨਾਨਕ ਸਾਹਿਬ ਪਹਿਲਾਂ ਦੂਜੇ ਨਾਨਕ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਵਾਂਗ ਪ੍ਰਗਟ ਹੋਏ, ਫਿਰ ਹੁਣ ਗੁਰੂ ਅਮਰਦਾਸ ਜੀ ਦੇ ਰੂਪ ਦੇ ਵਿੱਚ ਪ੍ਰਗਟ ਹਨ। ਉਹਨਾਂ ਦੇ ਵਿੱਚ ਉਹੀ ਜੋਤ ਹੈ, ਉਹੀ ਉਹਨਾਂ ਦੀ ਜੀਵਨ ਜੁਗਤੀ ਹੈ। ਜਿਨ ਬਾਸਕ ਨੇਤਰੈ ਘੱਤਿਆ, ਕਰਨੇਹੀ ਤਾਣ। ਜਿਸ ਗੁਰੂ ਅਮਰਦਾਸ ਜੀ ਨੇ ਬਾਸਕ ਸ਼ੇਸ਼ਨਾਗ, ਨੇਤਰੈ ਰੱਸੀ, ਜਿਸ ਤਰ੍ਹਾਂ ਕਿ ਹਿੰਦੂ ਮਿਥਿਹਾਸ ਦੇ ਵਿੱਚ ਹੈ ਕਿ ਸਮੁੰਦਰ ਨੂੰ ਰਿੜਕਿਆ ਗਿਆ, ਬਾਸਕ ਸ਼ੇਸ਼ਨਾਗ ਦਾ ਨੇਤਰਾ ਰੱਸਾ ਬਣਾਇਆ ਗਿਆ। ਇਸੇ ਤਰ੍ਹਾਂ ਇੱਥੇ ਭਾਈ ਸੱਤਾ ਜੀ ਉਪਦੇਸ਼ ਕਰਦੇ ਹਨ, ਜਿਨ ਬਾਸਕ ਨੇਤਰੈ ਘੱਤਿਆ, ਕਰਨੇਹੀ ਤਾਣ। ਜਿਨ ਸਮੁੰਦ ਵਰੋਲਿਆ, ਕਰ ਮੇਰ ਮਦਾਨ। ਉਹਨਾਂ ਨੇ ਸਮੁੰਦਰ ਨੂੰ ਵਰੋਲ ਕੇ ਉਹਦੇ ਵਿੱਚੋਂ 14 ਰਤਨ ਕੱਢੇ ਸਨ। ਭਾਈ ਸੱਤਾ ਜੀ ਇਸ ਤੇ ਉਪਦੇਸ਼ ਕਰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਮਨ ਰੂਪ ਸੱਪ ਨੂੰ ਬਾਸਕ ਸ਼ੇਸ਼ਨਾਗ ਬਣਾਇਆ ਅਤੇ ਉਸ ਦਾ ਨੇਤਰਾ ਘੱਤਿਆ, ਉਸ ਦੀ ਰੱਸੀ ਬਣਾਈ। ਕਰ ਨੇਹੀ ਤਾਣ। ਨੇਹੀ, ਜਦੋਂ ਦੁੱਧ ਰਿੜਕਦੇ ਹਨ ਤਾਂ ਜੋ ਮਧਾਣੀ ਹੁੰਦੀ ਹੈ, ਉਸ ਦੀ ਲੱਠ ਨੂੰ ਇੱਕ ਰੱਸੀ ਪਾ ਕੇ ਇੱਕ ਨੇਹੀ ਦੇ ਨਾਲ ਉਸ ਨੂੰ ਟੰਗਿਆ ਹੁੰਦਾ ਹੈ, ਉਸ ਦੇ ਨਾਲ ਬੰਨਿਆ ਹੁੰਦਾ ਹੈ। ਨੇਰੀ ਇੱਕ ਮਜ਼ਬੂਤ ਲੱਕੜੀ ਜਿਹੜੀ ਹੈ ਉਸ ਦੇ ਨਾਲ ਉਸ ਨੂੰ ਬੰਨਿਆ ਹੁੰਦਾ ਹੈ ਤਾਂ ਜੋ ਉਹ ਇੱਕ ਜਗ੍ਹਾ ਤੇ ਟਿਕੀ ਰਵੇ। ਗੁਰੂ ਅਮਰਦਾਸ ਜੀ ਨੇ ਨੇਹੀ ਬਣਾਈ, ਆਪਣੇ ਆਤਮਿਕ ਬਲ ਨੂੰ ਨੇਹੀ ਬਣਾਇਆ। ਕਰ ਨੇਹੀ ਤਾਣ।
ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ। ਉਹਨਾਂ ਨੇ ਸਮੁੰਦਰ ਨੂੰ ਰਿੜਕਿਆ ਸੀਗਾ, ਸੁਮੇਰ ਪਰਬਤ ਨੂੰ, ਮੇਰ ਪਰਬਤ ਨੂੰ ਮਧਾਨ ਬਣਾ ਕੇ, ਅਤੇ ਉਸ ਦੇ ਵਿੱਚੋਂ 14 ਰਤਨ ਕੱਢੇ ਸਨ। ਪਰ ਗੁਰੂ ਅਮਰਦਾਸ ਜੀ ਨੇ ਇਹ ਰਿੜਕਿਆ, ਸ਼ਬਦ ਨੂੰ ਰਿੜਕਿਆ, ਸ਼ਬਦ ਨੂੰ ਰਿੜਕ ਕੇ ਉਸ ਦੇ ਵਿੱਚੋਂ ਫਿਰ 14 ਰਤਨ ਕੱਢੇ। ਸ਼ਬਦ ਨੂੰ ਰਿੜਕਿਆ ਕਿਸ ਤਰ੍ਹਾਂ? ਆਪਣੇ ਮਨ, ਜੋ ਸਤਿਰੂਪ ਮਨ ਹੈ, ਉਸ ਦਾ ਨੇਤਰਾ ਬਣਾਇਆ, ਆਪਣੇ ਆਤਮਿਕ ਬਲ ਨੂੰ ਨੇਹੀ ਬਣਾਇਆ, ਅਤੇ ਸਮੁੰਦ ਵਰੋਲਿਆ, ਸ਼ਬਦ ਦਾ ਰੇੜਕਾ ਲਾਇਆ, ਸ਼ਬਦ ਦੇ ਵਿੱਚ ਰੇੜਕਾ ਲਾਇਆ, ਸ਼ਬਦ ਨੂੰ ਵਰੋਲਿਆ। ਕਿਸ ਤਰ੍ਹਾਂ ਵਰੋਲਿਆ? ਕਰ ਮੇਰ ਮਧਾਨ, ਆਪਣੀ ਉੱਚੀ ਸੁਰਤ ਬਣਾ ਕੇ ਉਸ ਦੀ ਮਧਾਣੀ ਬਣਾਈ। ਆਪਣੀ ਉੱਚੀ ਸੁਰਤ ਬਣਾ ਕੇ ਸ਼ਬਦ ਦੇ ਨਾਲ ਜੁੜ ਕੇ ਸ਼ਬਦ ਨੂੰ ਰਿੜਕਿਆ, ਸ਼ਬਦ ਦੀ ਵਿਚਾਰ ਕੀਤੀ, ਸ਼ਬਦ ਦਾ ਉਪਦੇਸ਼ ਦਿੱਤਾ। 14 ਰਤਨ ਨਿਕਾਲਿਆਣ ਕੀ ਤੋਣ ਚਾਣਾਣ। ਅਤੇ ਇਸ ਤਰ੍ਹਾਂ ਸ਼ਬਦ ਨੂੰ ਰਿੜਕ ਕੇ, ਸ਼ਬਦ ਦੀ ਵਿਚਾਰ ਕਰਕੇ ਗੁਰੂ ਸਤਿਗੁਰੂ ਗੁਰੂ ਅਮਰਦਾਸ ਜੀ ਨੇ 14 ਰਤਨ ਕੱਢੇ, 14 ਰੱਬੀ ਗੁਣ ਪੈਦਾ ਕੀਤੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਪਰਉਪਕਾਰ, ਪੁੰਨ। ਇਸ ਤਰ੍ਹਾਂ ਦੇ ਰੱਬੀ ਗੁਣ ਉਹਨਾਂ ਨੇ ਆਪਣੇ ਇਸ ਸ਼ਬਦ ਨੂੰ ਰਿੜਕ ਕੇ ਪੈਦਾ ਕੀਤੇ। ਕੀ ਤੋਣ ਚਾਣਾਣ, ਅਤੇ ਇਸ ਸੰਸਾਰ ਦੇ ਵਿੱਚ ਇਹਨਾਂ ਰੱਬੀ ਗੁਣਾਂ ਦੇ ਨਾਲ ਪ੍ਰਕਾਸ਼ ਕਰ ਦਿੱਤਾ। ਉਹਨਾਂ ਨੇ ਤਾਂ ਸਮੁੰਦਰ ਨੂੰ ਰਿੜਕਿਆ, ਸਮੁੰਦਰ ਦੇ ਵਿੱਚੋਂ ਵੱਖਰੇ ਵੱਖਰੇ ਪਦਾਰਥ, ਜਿਸ ਤਰ੍ਹਾਂ ਕਿ ਲక్ష్ਮੀ, ਪਾਰਜਾਤ, ਵ੍ਰਿਕਸ਼, ਕਾਮਧੇਨ ਗਊ, ਧਰੰਤਰ ਵੈਦ, ਅੰਮ੍ਰਿਤ, ਜ਼ਹਿਰ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਵਿੱਚੋਂ ਸਮੁੰਦਰ ਨੂੰ ਰਿੜ ਕੇ ਕੱਢੀਆਂ, ਜੋ ਉਹਨਾਂ ਦਾ ਮਿਥਿਹਾਸ ਹੈ। ਪਰ ਸਤਿਗੁਰੂ ਜੀ ਨੇ ਸ਼ਬਦ ਨੂੰ ਰਿੜਕਿਆ ਅਤੇ ਸ਼ਬਦ ਦੇ ਵਿੱਚੋਂ ਰੱਬੀ ਦੈਵੀ ਗੁਣ ਪੈਦਾ ਕਰਕੇ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਕਰ ਦਿੱਤਾ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਗੁਰੂ ਅਮਰਦਾਸ ਜੀ ਸਹਿਜ ਦੇ ਘੋੜੇ ਦੇ ਉੱਤੇ ਸਵਾਰ ਹੋਏ ਹੋਇਆ। ਸਹਿਜ ਆਤਮਿਕ ਅਡੋਲਤਾ, ਜੋ ਕਦੀ ਵੀ ਡੋਲਦੇ ਨਹੀਂ ਹਨ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਪਲਾਣ, ਘੋੜੇ ਉੱਤੇ ਜੋ ਕਾਠੀ ਪਾਈ ਜਾਂਦੀ ਹੈ, ਉਹਨੂੰ ਕਹਿੰਦੇ ਹਨ ਪਲਾਨ। ਅਤੇ ਜਤ ਦਾ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ। ਇਹਨਾਂ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਇਹੋ ਜਿਹੀ ਘੋੜੇ ਉੱਤੇ ਕਾਠੀ ਪਾਈ, ਇਹੋ ਜਿਹੇ ਘੋੜੇ ਉੱਤੇ ਸਵਾਰ ਹੋਏ ਜੋ ਸਹਿਜ ਦਾ ਘੋੜਾ ਸੀ, ਅਤੇ ਜਿਸ ਦੀ ਕਾਠੀ ਜੋ ਸੀ ਉਹ ਸੀ ਕਿ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਵਸ ਕਰ ਲੈਣਾ, ਅਰਥਾਤ ਜਤ ਦੀ ਕਾਠੀ ਪਾਈ। ਧਨਕ ਚੜਾਇਓ ਸਤ ਦਾ ਜਸ ਹੰਦਾ ਬਾਣ। ਉਹਨਾਂ ਦੇ ਕੋਲ ਧਨੁਖ ਸੀ। ਧਨੁਖ ਕਾਹਦਾ ਸੀ? ਸਤ ਦਾ, ਸੁੱਚਾ ਆਚਰਨ ਦਾ ਧਨੁਖ ਉਹਨਾਂ ਦੇ ਕੋਲ ਸੀ। ਅਤੇ ਜਸ ਹੰਦਾ ਬਾਣ, ਜਸ ਸਿਫਤ ਸਲਾਹ ਕਰਨੇ, ਉਸ ਵਾਹਿਗੁਰੂ ਦੀ ਸਿਫਤ ਸਲਾਹ ਦਾ, ਹੰਦਾ ਦਾ ਬਾਣ, ਬਾਣ ਤੀਰ। ਅਤੇ ਉਸ ਧਨੁਖ ਦੇ ਨਾਲ ਗੁਰੂ ਅਮਰਦਾਸ ਜੀ ਦੇ ਕੋਲ ਉਸ ਵਾਹਿਗੁਰੂ ਦੀ ਸਿਫਤ ਸਲਾਹ ਰੂਪੀ ਤੀਰ ਸੀ। ਕਲ ਵਿੱਚ ਧੂ
ਅੰਧਾਰ ਸਾ ਚੜਿਆ ਰਹਿ ਭਾਣ। ਕਲ ਇਹ ਸੰਸਾਰ ਰੂਪੀ ਕਲਯੁਗ ਰੂਪੀ ਸੰਸਾਰ ਵਿੱਚ ਧੂ ਅੰਧਾਰ ਤੂੰ ਘੁੱਪ ਹਨੇਰਾ ਸੀ, ਚੜਿਆ ਰਹਿ ਭਾਣ। ਅਤੇ ਗੁਰੂ ਅਮਰਦਾਸ ਜੀ ਇੱਕ ਕਿਰਨਾਂ ਵਾਲਾ ਸੂਰਜ ਚੜ ਗਏ, ਜਿਨ੍ਹਾਂ ਨੇ ਸ਼ਬਦ ਨੂੰ ਰਿੜਕ ਕੇ ਸ਼ਬਦ ਦੇ ਵਿੱਚੋਂ ਦੈਵੀ ਗੁਣ ਪੈਦਾ ਕੀਤੇ। ਇਹਨਾਂ ਦੈਵੀ ਗੁਣਾਂ ਦੇ ਨਾਲ ਉਹਨਾਂ ਨੇ ਸਾਰੇ ਸੰਸਾਰ ਦੇ ਉੱਤੇ ਚਾਨਣਾ ਪੈਦਾ ਕੀਤਾ, ਪ੍ਰਕਾਸ਼ ਕੀਤਾ। ਅਤੇ ਗੁਰੂ ਅਮਰਦਾਸ ਜੀ ਦੇ ਮੱਥੇ ਦਾ ਨੂਰ ਉਹੀ ਮੱਥੇ ਦਾ ਨੂਰ ਸੀ, ਉਹੀ ਉਹਨਾਂ ਦਾ ਤਖਤ ਸੀ, ਉਹੀ ਉਹਨਾਂ ਦਾ ਦਰਬਾਰ ਸੀ, ਉਹੀ ਆਪਣੇ ਗੁਰੂ ਨਾਨਕ ਵਾਲੀ ਹੀ ਉਹਨਾਂ ਦੇ ਵਿੱਚ ਜੋਤ ਸੀ। ਇਹੋ ਜਿਹੇ ਗੁਰੂ ਅਮਰਦਾਸ ਜੀ ਨੇ ਇਸ ਸੰਸਾਰ ਜੋ ਜਿੱਥੇ ਕਿ ਘੁੱਪ ਹਨੇਰਾ ਸੀ, ਉਸ ਘੁੱਪ ਹਨੇਰੇ ਦੇ ਵਿੱਚ ਚੜਿਆ ਰਹਿ ਭਾਣ, ਕਿਰਨ ਵਾਲਾ ਸੂਰਜ ਚੜਾ ਦਿੱਤਾ। ਅਰਥਾਤ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਕਰ ਦਿੱਤਾ, ਪ੍ਰਕਾਸ਼ ਕੀਤਾ। ਉੱਚੀ ਸੁਰਤ ਨੂੰ ਸ਼ਬਦ ਦੇ ਰਾਹੀਂ ਜੋੜ ਕੇ, ਉੱਚੀ ਸੁਰਤ ਕਰਕੇ ਸ਼ਬਦ ਦੇ ਨਾਲ ਜੋੜ ਕੇ ਆਪ ਵੀ ਨਾਮ ਜਪਿਆ ਅਤੇ ਸਾਰੀਆਂ ਸੰਗਤਾਂ ਨੂੰ ਵੀ ਸੁਰਤ ਸ਼ਬਦ ਦੇ ਨਾਲ ਜੋੜ ਕੇ ਨਾਮ ਜਪਣਾ ਸਿਖਾਇਆ। ਇਹੋ ਜਿਹੇ ਸਤਿਗੁਰੂ ਗੁਰੂ ਅਮਰਦਾਸ ਜੀ, ਜਿਨ੍ਹਾਂ ਦੇ ਬਾਰੇ ਭੱਟ ਸੱਲ ਜੀ ਕਹਿ ਰਹੇ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਕਣਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਣਾ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਇਸ ਪੌੜੀ ਦੇ ਵਿੱਚ ਭਾਈ ਸੱਤਾ ਜੀ ਗੁਰੂ ਅਮਰਦਾਸ ਜੀ ਸਾਰੀ ਪੌੜੀ ਦੇ ਵਿੱਚ ਉਸਤਤ ਕਰਦੇ ਹਨ। ਇਸ ਦੀ ਬਾਕੀ ਰਹਿੰਦੀ ਹੋਈ ਪੌੜੀ ਦੀ ਵਿਚਾਰ ਆਪਾਂ ਅਗਲੇ ਦੀਵਾਨ ਦੇ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।